ਗੁੱਡ ਮਾਰਨਿੰਗ ਪੰਜਾਬੀਓ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਹਰ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ। ਸ਼ੁਰੂਆਤ ਕਰਦੇ ਹਾਂ ਪੰਜਾਬ ਤੋਂ। ਸਰਹੱਦ ਪਾਰੋਂ ਆਉਂਦੇ ਨਸ਼ੇ ਦੀ ਖੇਪ ਨੂੰ ਰੋਕਣ ਦੇ ਲਈ 5 ਉੱਤਰ ਭਾਰਤ ਦੇ ਸੂਬੇ ਇਕੱਠੇ ਹੋ ਗਏ ਨੇ। ਇਹਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਚੰਡੀਗੜ੍ਹ ਦੇ ਵਿੱਚ ਬਕਾਇਦਾ ਇੱਕ ਮੀਟਿੰਗ ਵੀ ਕੀਤੀ ਹੈ। ਸਰਹੱਦ ਪਾਰੋਂ ਆਉਂਦੇ ਨਸ਼ੇ ਨੂੰ ਰੋਕਣ ਦੇ ਲਈ ਉੱਤਰੀ ਭਾਰਤ ਦੇ 5 ਸੂਬੇ ਇਕੱਠੇ ਹੋ ਗਏ ਨੇ। ਨਾਰਕੋਟਿਕ ਡਰੱਗ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ CM ਜੈਰਾਮ ਠਾਕੁਰ, ਰਾਜਸਥਾਨ ਦੇ ਅਸ਼ੋਕ ਗਹਿਲੋਤ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਚੰਡੀਗੜ੍ਹ ਵਿੱਚ ਦੂਸਰੀ ਵਾਰ ਬੈਠਕ ਕੀਤੀ। ਮੁੱਖ ਮੰਤਰੀਆਂ ਦੇ ਨਾਲ-ਨਾਲ ਜੰਮੂ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਆਈ 532 ਕਿਲੋ ਹੈਰੋਇਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਨਸ਼ੇ ਦਾ ਕਿੰਨਾ ਵੱਡਾ ਜਾਲ ਫੈਲਿਆ ਹੋਇਆ ਹੈ। ਕੈਪਟਨ ਨੇ ਜ਼ੋਰ ਦਿੱਤਾ ਕਿ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਦੇਸ਼ ਵਿਆਪੀ ਨੀਤੀ ਬਣਾਉਣੀ ਚਾਹੀਦੀ ਹੈ, ਜਿਸ ਦੇ ਲਈ ਕੇਂਦਰ ਤੇ ਦਬਾਅ ਬਣਾਉਣਾ ਚਾਹੀਦਾ। ਕੈਪਟਨ ਨੇ ਕਿਹਾ ਕਿ ਕੌਮੀ ਏਜੰਸੀ NCB, BSF ਤੇ IB ਸਮੇਤ ਸੂਬਿਆਂ ਵਿੱਚ ਬਿਹਤਰ ਤਾਲਮੇਲ ਤੇ ਸੰਯੁਕਤ ਕਾਰਵਾਈਆਂ ਨਾਲ ਨਸ਼ੇ ਦੀ ਆਮਦ ਨੂੰ ਰੋਕਿਆ ਜਾ ਸਕਦਾ ਹੈ। ਧੋਖੇਬਾਜ਼ NRI ਲਾੜਿਆਂ ਅਤੇ ਔਰਤਾਂ ਨਾਲ ਸ਼ੋਸ਼ਣ ਕਰਨ ਵਾਲਿਆਂ ਖਿਲਾਫ ਹੁਣ ਮਹਿਲਾ ਕਮਿਸ਼ਨ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਹਿਲਾ ਕਮਿਸ਼ਨ ਪੰਜਾਬ ਨੇ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਿਆ, ਜਿਸ ਤੋਂ ਬਾਅਦ PM ਨੇ ਵੱਖਰਾ ਕਾਨੂੰਨ ਬਣਾਉਣ ਦਾ ਭਰੋਸਾ ਵੀ ਦਿੱਤਾ ਹੈ। ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਗੁਰਦਾਸਪੁਰ ਦੇ SDM ਖਿਲਾਫ ਵੀ ਆਵਾਜ਼ ਚੁੱਕੀ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ SDM ਖਿਲਾਫ ਘਰੇਲੂ ਝਗੜੇ ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਉਸ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸੀ। SDM ਨੂੰ ਸਮਨ ਕੀਤਾ ਗਿਆ, ਪਰ ਉਹ ਕਮਿਸ਼ਨ ਅੱਗੇ ਹਾਜ਼ਰ ਨਹੀਂ ਹੋਇਆ ਤੇ ਹੁਣ ਮਹਿਲਾ ਕਮਿਸ਼ਨ SDM ਖਿਲਾਫ ਕਾਰਵਾਈ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੇਗੀ। बड़ा संवेदनशील मुद्दा है, ਇਹਦੇ ਤੇ ਇੱਕ ਬਹੁਤ ਅੱਛੀ ਸਾਡੀ ਸੈਂਟਰਲ ਗਵਰਨਮੈਂਟ ਪਾਲਿਸੀ ਬਣਾਉਣ ਜਾ ਰਹੀ ਹੈ। ਆਲਰੇਡੀ ਉਹ ਕਹਿੰਦੇ ਇਹਦੇ ਤੇ ਕੰਮ ਚੱਲ ਰਿਹਾ ਹੈ ਔਰ ਇਨ ਫਿਊਚਰ ਉਹਨਾਂ ਨੇ ਮੈਨੂੰ ਇੱਕ ਬੜਾ ਸਟਰੋਂਗ ਮੈਸੇਜ ਦਿੱਤਾ ਕਿ ਤੁਸੀਂ ਮੇਰਾ ਇਹ ਮੈਸੇਜ ਜਾ ਕੇ ਪੰਜਾਬ ਦੀ ਬੇਟੀਆਂ ਨੂੰ ਦੇਣਾ ਹੈ, ਫੈਮਲੀਜ਼ ਨੂੰ ਦੇਣਾ ਹੈ ਕਿ ਕੋਸ਼ਿਸ਼ ਇਹੀ ਕਰਨ ਕਿ ਜੇ ਤੁਸੀਂ ਬਾਹਰ ਆਪਣੀ ਬੱਚੀ ਦੀ ਸ਼ਾਦੀ ਕਰਨਾ ਵੀ ਚਾਹੁੰਦੇ ਹੋ ਤੇ ਪੂਰੀ ਮਜ਼ਬੂਤੀ ਨਾਲ ਉਹਦੀ ਇਨਵੈਸਟੀਗੇਸ਼ਨ ਕਰਨ। ਹੋਰ ਜੋ ਕਿ ਸਾਡਾ ਵੀ ਇਹ ਸੁਝਾਅ ਆਲਰੇਡੀ ਪਹਿਲੇ ਫੈਮਲੀਜ਼ ਨਾਲ ਸਾਡਾ ਰੂਬਰੂ ਆਪਾਂ ਹੁੰਦੇ ਰਹੇ ਹਾਂ ਕਿ ਗੁਰਦੁਆਰੇਜ਼ ਨੂੰ ਜਿਹੜੇ ਪੰਚਾਇਤ ਮੈਂਬਰਸ ਨੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਰਹਿਣ, ਪਰ ਪ੍ਰਧਾਨ ਮੰਤਰੀ ਦਾ ਬੜਾ ਸਟਰੋਂਗ ਸੀ ਕਿ ਆਪਾਂ ਇਹਦੇ ਤੇ ਆਲਰੇਡੀ ਕੰਮ ਕਰਨ ਜਾ ਰਹੇ ਹਾਂ। ਡੋਮੈਸਟਿਕ ਵਾਇਲੈਂਸ ਹੈ, ਸੈਕਸੁਅਲ ਹਰਾਸਮੈਂਟ ਹੈ, ਬਹੁਤ ਸਾਰੀਆਂ ਹੁੰਦੀਆਂ, ਸਾਰੀਆਂ ਹੀ ਹੁੰਦੀ। ਵਾਈਫ ਸਾਡੇ ਕੋਲ ਚੱਕਰ ਕੱਟ ਕੇ ਥੱਕ ਚੁੱਕੀ ਹੈ। ਮੈਂ ਉਹਨੂੰ IG ਕੋਲ ਭੇਜਿਆ, ਮੈਂ ਉਹਨੂੰ SSP ਕੋਲ ਭੇਜਿਆ ਜਿਸ ਡਿਸਟ੍ਰਿਕਟ ਦੀ ਹੈਗੀ ਹੈ, ਉਹਨੂੰ ਕਿਤੇ ਇਨਸਾਫ ਨਹੀਂ ਮਿਲਿਆ। ਪਰ ਉਹ ਅੱਜ ਵੀ ਮੇਰੇ ਨਾਲ ਮਾਰਨਿੰਗ ਵਿੱਚ ਗੱਲ ਕੀਤੀ ਉਹਨੇ ਤੇ ਠੀਕ ਹੈ, ਨਹੀਂ ਆਣਾ ਚਾਹੁੰਦੇ ਚੀਫ ਸੈਕਟਰੀ ਨੂੰ ਲਿਖਿਆ ਜਾਏਗਾ। ਉਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹਦੇ ਕਾਨੂੰਨ ਦੇ ਤਹਿਤ ਕਾਰਵਾਈ ਹੋਏਗੀ, ਪਰ ਮੈਂ ਛੱਡਾਂਗੀ ਨਹੀਂ, ਚੱਕ ਕੇ ਲੈ ਆਉਂਗੀ ਉਹਦੇ ਆਫਿਸ ਚੋਂ ਹੀ ਉਹਨੂੰ। ਤਲਵੰਡੀ ਸਾਬੋ 'ਚ ਵੀਰਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਤਲਵੰਡੀ ਸਾਬੋ ਮਾਨਸਾ ਰੋਡ ਤੇ ਹੋਇਆ। ਮੋਟਰਸਾਈਕਲ ਤੇ ਸਵਾਰ 3 ਜਣੇ ਜਦੋਂ ਪਿੰਡ ਜਗਾ ਰਾਮ ਤੀਰਥ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਬਾਈਕ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਦੌਰਾਨ ਮਹਿਲਾ ਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤੀਸਰਾ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਉਸਨੇ ਉੱਥੇ ਦਮ ਤੋੜ ਦਿੱਤਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਤੀਸਰੇ ਦਿਨ ਵੀ ਮੀਟਿੰਗਾਂ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਿਹਾ। ਉਹਨਾਂ ਨੂੰ ਮਿਲਣ ਦੇ ਲਈ ਅੰਮ੍ਰਿਤਸਰ ਤੋਂ ਇਲਾਵਾ ਬਾਹਰ ਤੋਂ ਵੀ ਉਹਨਾਂ ਦੇ ਸਮਰਥਕ ਆ ਰਹੇ ਨੇ। ਅੱਜ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਹਲਕੇ ਦੇ ਸਾਰੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਹਲਕੇ ਦੇ ਵਿਕਾਸ ਕੰਮਾਂ ਬਾਰੇ ਜਿੱਥੇ ਚਰਚਾ ਕੀਤੀ ਗਈ, ਉੱਥੇ ਹੀ ਫੈਸਲਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਹਫ਼ਤੇ ਦੇ 7 ਦਿਨ ਆਪਣੇ ਹਲਕੇ ਵਿੱਚ ਰਹਿਣਗੇ। ਕੌਂਸਲਰ ਦਮਨਦੀਪ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਸਾਰੇ ਕੌਂਸਲਰਾਂ ਤੇ ਆਪਣੀ ਟੀਮ ਨੂੰ ਨਵੇਂ ਸਿਰ ਤੋਂ ਵਾਰਡ ਵਾਈਜ਼ ਪ੍ਰੋਗਰਾਮ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਅਤੇ ਕਿਹਾ ਕਿ ਉਹ ਹਰ ਵਾਰਡ ਦੇ ਵਿੱਚ ਜਾਣਗੇ। ਸਿੱਧੂ ਸਾਹਿਬ ਤਾਂ ਚਾਹੁੰਦੇ ਨੇ ਵੀ ਫਰਾਈਡੇ, ਸੈਚਰਡੇ, ਸੰਡੇ ਮੈਂ ਹਲਕੇ 'ਚ ਜਾਵਾਂ ਔਰ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਵਾਰਡ ਵਾਈਜ਼ ਅਸੀਂ ਕੌਂਸਲਰ ਵਾਰਡ ਵਾਈਜ਼ ਅਸੀਂ ਸਿੱਧੂ ਸਾਹਿਬ ਨੂੰ ਲੈ ਕੇ ਜਾਈਏ, ਕਿਉਂਕਿ ਸਿੱਧੂ ਸਾਹਿਬ ਦਾ ਜਿਹੜਾ ਸਮੇਂ ਮਿਲਿਆ ਆ ਅਸੀਂ ਇਹਨੂੰ ਪੂਰਾ ਵਧੀਆ ਤਰੀਕੇ ਨਾਲ ਇਹਨੂੰ ਇਸਤੇਮਾਲ ਕਰਨਾ ਚਾਹੁੰਦੇ ਹਾਂ ਵੀ ਲੋਕਾਂ ਨਾਲ ਮੇਲ ਵੀ ਹੋਵੇ, ਲੋਕਾਂ ਦੇ ਦੁੱਖ ਸੁੱਖ ਵੀ ਸੁਣੇ ਜਾਣ, ਵਰਕਰਾਂ ਦੀ ਵੀ ਸੁਣਵਾਈ ਹੋ ਜੂਗੀ ਤੇ ਇਲਾਕੇ ਦੀ ਡਿਵੈਲਪਮੈਂਟ ਉਹ ਵੀ ਜਿਹੜੀ ਉਹ ਤਰੀਕੇ ਨਾਲ ਹੋ ਜੂਗੀ। ਔਰ ਜਿਹੜੀ ਵਾਰਡ 'ਚ ਜਾਣਾ ਅਸੀਂ ਪ੍ਰੋਪਰ ਉਹਦੇ ਕੰਮਾਂ ਦੀ ਡਿਟੇਲ ਕਢਾ ਕੇ ਇਸ 'ਤੇ ਕਿੰਨੇ ਦੇ ਕੰਮ ਹੋ ਗਏ ਆ, ਕਿੰਨੇ ਦੇ ਹੋਣ ਵਾਲੇ ਆ, ਕਿਹੜੇ ਪੈਂਡਿੰਗ ਆ,
ਇਸ ਕਰਕੇ ਅਸੀਂ ਸਾਰੇ ਕੌਂਸਲਰ ਇਹ ਸੋਚਦੇ ਹਾਂ ਵੀ ਪੂਰਾ ਪਲਾਨ ਕਰਕੇ ਹੀ ਜਾਇਆ ਜਾਵੇ। ਬਾਕੀ ਸਿੱਧੂ ਸਾਹਿਬ ਤੇ ਰੈਡੀ ਨੇ, ਉਹ ਤਾਂ ਕਹਿੰਦੇ ਭਾਵੇਂ ਹੁਣ ਚੱਲੋ, ਜਿਹੜੀ ਵਾਰਡ 'ਚ ਜਾਣਾ ਮੈਂ ਚੱਲਦਾ ਹਾਂ ਨਾਲ, ਪਰ ਅਸੀਂ ਕੌਂਸਲਰਾਂ ਨਾਲ ਸਲਾਹ ਕੀਤੀ ਵੀ ਇਹਨੂੰ ਪਲਾਨ ਤਰੀਕੇ ਨਾਲ ਚਲਾਇਆ ਜਾਵੇ। ਵੀਰਵਾਰ ਨੂੰ ਲੋਕ ਸਭਾ ਦੇ ਵਿੱਚ ਟ੍ਰਿਪਲ ਤਲਾਕ ਦੇ ਮੁੱਦੇ ਤੇ ਚਰਚਾ ਕੀਤੀ ਗਈ, ਜਿਸ ਦਾ ਕਾਂਗਰਸ ਨੇ ਸਖਤ ਵਿਰੋਧ ਕੀਤਾ। ਇਸ ਤੋਂ ਬਾਅਦ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਬਾਅਦ ਟ੍ਰਿਪਲ ਤਲਾਕ ਦੇ 345 ਮੁੱਦੇ ਸਾਹਮਣੇ ਆ ਚੁੱਕੇ ਨੇ। ਵੀਰਵਾਰ ਨੂੰ ਤੀਹਰੇ ਤਲਾਕ ਦੇ ਮੁੱਦੇ ਤੇ ਲੋਕ ਸਭਾ 'ਚ ਚਰਚਾ ਕੀਤੀ ਗਈ। ਯੂਪੀਏ ਦੇ ਸਾਰੇ ਸਹਿਯੋਗੀ ਦਲਾਂ ਨੇ ਟ੍ਰਿਪਲ ਤਲਾਕ ਦਾ ਵਿਰੋਧ ਕੀਤਾ। ਚਰਚਾ ਦੇ ਸ਼ੁਰੂਆਤ 'ਚ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸੁਪਰੀਮ ਕੋਰਟ ਕਹਿ ਚੁੱਕਿਆ ਕਿ 3 ਤਲਾਕ ਤੋਂ ਪੀੜਤ ਮੁਸਲਿਮ ਮਹਿਲਾਵਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਦਾਲਤ ਨੇ 3 ਤਲਾਕ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਕਾਨੂੰਨ ਬਣਾਉਣ ਦੇ ਲਈ ਕਿਹਾ ਸੀ ਅਤੇ ਕੋਰਟ ਦੇ ਫੈਸਲੇ ਤੋਂ ਬਾਅਦ ਦੇਸ਼ 'ਚ 3 ਤਲਾਕ ਦੇ 345 मामले सामने आए। माननीय सुप्रीम कोर्ट ने 3 फैसला दिया। एक फैसला दिया जस्टिस नारीमन और जस्टिस ललित ने। उन्होंने कहा ट्रिपल तलाक इज आर्बिट्ररी, अनकॉन्स्टिट्यूशनल, देयरफॉर इज इनवैलिड। उन्होंने उनको ये कहा। दूसरे जज थे माननीय जस्टिस कुरियन। उन्होंने कहा कि 3 तलाक कुरान शरीफ में उसे गलत बताया गया है, तो व्हाट इज नॉट राइट इन द शरिया कैन बी राइट इन लॉ, इसलिए उसको उन्होंने गलत पाया। 2 जज माननीय मुख्य न्यायाधीश तत्कालीन श्री खेर और जस्टिस नजीर ने यह पाया कि यह शरिया का इंटीग्रल पार्ट है, लेकिन इस पर कानून बनना चाहिए। और उन्होंने अपने निर्णय में दुनिया के लगभग 20 इस्लामिक देशों का भी विस्तार से देखा जहां शरिया को बदला गया है, 3 तलाक को बदला गया है, तलाक बिद्दत, जिसमें पाकिस्तान भी है, अफगानिस्तान भी है, मलेशिया है, इंडोनेशिया है, जॉर्डन है, इजिप्ट है, ट्यूनीशिया है, बाकी देश है। सर, लेकिन जस्टिस खेर की मैं एक बात आपके सामने पढ़ना चाहूंगा। जब उन्होंने कहा कि सदन को कानून बनाना चाहिए, तो उनकी टिप्पणी एक बात मैं आरंभ में कहना चाहता हूं। पैरा 199 में आई एम कोटिंग, वी वुड देयरफॉर implore the legislature to bestow its thoughtful consideration to this issue of paramount importance. We also beseech different political parties to keep their individual political gains apart while considering the necessary measures requiring legislation. अब सर ये सवाल है, ऐसे में क्या किया जाए? क्या हमारे मुस्लिम समाज की बेटियों को, बहनों को, खवातीनों को इसी प्रकार से छोड़ दिया जाए? 3 सवाल खड़े होते हैं सर। पहला सवाल है, अगर दुनिया के 20 से अधिक इस्लामिक मुल्कों ने 3 तलाक को नियंत्रित किया एक प्रकार और दूसरे प्रकार से, तो हिंदुस्तान एक सेक्युलर मुल्क है, ऐसा क्यों नहीं कर सकता? करना चाहिए। यह पहला सवाल है। दूसरा सवाल है सर, जो बहुत जरूरी है, सुप्रीम कोर्ट ने कहा गलत है, चीफ जस्टिस ने कहा संसद कानून बनाए, हम कानून बना करके आए तो कहा जाए इसका विरोध करें, तो क्या ये जो हमारी विक्टिम बहनें हैं वो सुप्रीम कोर्ट के फैसले को अपने घर में टांगे? कोई कार्रवाई नहीं हो सकती सर। 70 साल संविधान के हो गए सर, और आज भारत के संविधान का बार बार उधर से कोई बात आती है तो संविधान की दुहाई देते हैं और सुप्रीम कोर्ट के फैसले की बात कही जाती है। ਮੋਬ ਲਿੰਚਿੰਗ ਦੇਸ਼ ਅੰਦਰ ਗੰਭੀਰ ਮੁੱਦਾ ਬਣਿਆ ਹੋਇਆ ਹੈ। ਕੁੱਟਮਾਰ ਕਰਕੇ ਕਿਸੇ ਇਨਸਾਨ ਦੀ ਜ਼ਿੰਦਗੀ ਖਤਮ ਕਰ ਦੇਣ ਵਾਲੀ ਘਟਨਾਵਾਂ ਨੇ ਦੇਸ਼ ਦੇ ਬੁੱਧੀਜੀਵੀ ਜਮਾਤ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। 49 ਨਾਮੀ ਲੋਕਾਂ ਨੇ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੋਬ ਲਿੰਚਿੰਗ ਤੇ ਦੁੱਖ ਜਤਾਇਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਲੋਕ ਪ੍ਰਸਿੱਧ गायिका मालिनी अवस्थी ने भी इस मुद्दे पर अपनी राय रखी है। पहली बात तो आपने चूंकि उनके ख़त की बात की, तो उनका हक है ख़त लिखना, पत्र लिखना, प्राइम मिनिस्टर को एड्रेस करना किसी भी इंसान का हक है। आर्टिस्टों के एक समूह ने पत्र लिखा है, वो भी उनका हक है, क्योंकि कलाकार लोग कहते ही हैं कि जनता की आवाज़ है, या मुखर होता है या बोलता है। अफसोस ये होता है, और तब तंज की ज़रूरत इसलिए पड़ती है कि ये वो लोग हैं जो बड़ा सेलेक्टिवली सोचते हैं कि कब क्या बोलना है, किस समय हमें आक्रमण किस बात पे करना है। तब बहुत आश्चर्य होता है, क्योंकि ये जो जिस ढंग से इसमें अपर्णा सेन जी ने अगुवाई करी है, हम सब जानते हो कितनी बड़ी अजीम अच्छी यहाँ पे हमारे यहाँ की डायरेक्टर रही हैं, एक्ट्रेस भी रही हैं, और उनकी बेटी कुनकुना सेन शामिल हैं। सबको पता है कि इसमें हमारे हिस्टोरियन गुहा जी भी शामिल हैं। इसमें
अनुराग कश्यप शामिल हैं, जिनकी फिल्मों के बारे में, जिनके विवादों के बारे में जितना कम कहूँ वो 2014 में जब सरकार आई थी और हम लोगों ने 2050 में अवार्ड वापसी का इसी तरह का एक मुहिम देखी थी 2015, और उसी समय हम लोगों को ये लगा था कि एक पैटर्न है ये एक तरह से पूरे, क्योंकि अब मैं हैरान रह गई थी कि जब उसमें से एक कमेटी की मैं सदस्य थी कि जब मेरे पास स्पेन से और जर्मनी से फ़ोन आने लगे कि आप भी कुछ कहेंगे क्योंकि आप कमेटी के मेंबर हैं, कि सुना है कि वहाँ पे बड़े बड़े लोग अवार्ड वापस करो, तब मुझे लगा कि विश्व में किस तरह का एक रिप्रेजेंटेशन इंडिया का आ रहा है। लिंचिंग भी कहीं ना कहीं, लिंच शब्द का इजाद होना, लिंच जैसा, मैं ये किसी भी पढ़े लिखे समाज में लिंचिंग इतना दुर्भाग्यपूर्ण घटना है, इससे ज़्यादा अमानवीय चीज़ कुछ हो ही नहीं सकती, और हर इंसान इसकी आलोचना भी करेगा। लेकिन ये बड़े आश्चर्य की बात है कि जिस बंगाल से ये आवाज़ उठी है, उसी बंगाल में चुनाव में जिस प्रकार की हमने अप्रत्याशित ऐतिहासिक हिंसा देखी 7 फेज में, वहां पर एक भी कलाकार न खत लिखने की सोचता है वहां की मुख्यमंत्री को, न उसको किसी प्रकार की चिंता होती है, छोड़िए उस समय खामोश हो जाते हैं। ਮੋਬ ਲਿੰਚਿੰਗ ਨੂੰ ਲੈ ਕੇ ਬੀਜੇਪੀ ਦੇ ਸੰਸਦ ਮੈਂਬਰ ਰਾਮ ਕਿਰਪਾਲ ਯਾਦਵ ਨੇ ਇਸ ਨੂੰ ਨਾਟਕਬਾਜ਼ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਦੇਸ਼ 'ਚ ਮਾਹੌਲ ਨੂੰ ਭੰਗ ਕਰਨ ਦੇ ਲਈ ਡਰਾਮੇ ਕੀਤੇ ਜਾ ਰਹੇ ਨੇ। 49-50 लोग जो है, एक बार याद है ना, अवार्ड वापसी का नाटक हुआ था, ये सब नाटकबाजी हो रहा है, एक पॉलिटिकल माइलेज लेने की कोशिश की जा रही है और देश की जनता को दिग्भ्रमित करने की कोशिश की जा रही है। सब कुछ सामान्य है, लॉ एंड ऑर्डर ठीक है, सब कुछ ठीक ठाक चल रहा है, मगर इन लोगों को पच नहीं रहा है। देश की जनता ने इनको फांसी पर डाल दिया है, फिर भी इन लोगों को सबक सीखने का काम नहीं किया है। सब पॉलिटिकल मोटिवेटेड है। लेकिन सर ये वो लोग हैं जो कि राजनीति से नहीं जुड़े हुए हैं, समाज का। पिछली बार क्या हुआ था? पिछले बार जो अवार्ड वापसी का अभियान चला था, फिर बाद में जब क्या हुआ, देखा था कि नहीं सबका नाटक। सब पॉलिटिकल मोटिवेशन है और बायस्ड होकर के सरकार की छवि को धूमिल करने के लिए, देश के जनता को गुमराह करने के लिए ये सब नाटकबाजी हो रहा है। राम के नाम पर हत्याएं हो रही हैं, मॉब लिंचिंग हो रही है। कहीं कोई हत्या नहीं हो रहा है, ये सब गलत बात है और बिल्कुल ये सब लोग एक विशेष रणनीति, राजनीति के तहत इस तरह का माहौल क्रिएट करके देश में जो माहौल अमन और शांति का है उसको बाधा पहुंचाने की कोशिश की जा रही है। ਆਰਮੀ ਚੀਫ ਜਨਰਲ ਬਿਪਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਕਾਰਗਿਲ ਵਿਜੇ ਦਿਵਸ ਤੋਂ ਇੱਕ ਦਿਨ ਪਹਿਲਾਂ ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਕੋਈ ਹਿੰਮਤ ਨਾ ਕਰੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ 1999 ਵਰਗੀ ਹਰਕਤ ਦੁਬਾਰਾ ਕਦੀ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ। The Indian army will always get back to them and recapture those heights. And this was evident during the Kargil war in 1999. So I would rather him not dare any such attempt in the future. Today we have got also better surveillance devices, but other than that we are sitting on those heights where he thinks he can come. But the end state of Kargil has been that we have ensured that he also better remain alert, sitting opposite us, because we are also capable of undertaking such missions, but we will only take such missions when we are reasonably sure of success. I am not saying that we always plan for 100% success. We do take risks, and that the commanders are expected to take some risks, but he better not attempt such a thing in the future. You know what has been happening on the line of control in other places. We have put him on the back foot, and we will continue putting him on the back foot. And my warning to Pakistan is, do not ever attempt such a misadventure anytime in the future, anywhere, anytime. Do not think of it. ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਫੌਜ 'ਚ ਆਪਣੀਆਂ ਸੇਵਾਵਾਂ ਦੇਣਗੇ। ਉਹ 31 ਜੁਲਾਈ ਨੂੰ 106 ਟੈਰੀਟੋਰੀਅਲ ਆਰਮੀ ਬਟਾਲੀਅਨ ਪੈਰਾ 'ਚ ਸ਼ਾਮਲ ਹੋਣਗੇ। ਧੋਨੀ ਵੱਲੋਂ ਇਹ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਵੈਸਟ ਇੰਡੀਜ਼ ਦੌਰੇ ਤੇ ਟੀਮ ਨਾਲ ਨਹੀਂ ਜਾਣਗੇ। ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ 31 ਜੁਲਾਈ ਤੋਂ 15 ਅਗਸਤ ਤੱਕ ਫੌਜ 'ਚ ਰਹਿਣਗੇ। 106 ਟੈਰੀਟੋਰੀਅਲ ਆਰਮੀ ਬਟਾਲੀਅਨ ਕਸ਼ਮੀਰ ਦੇ ਵਿੱਚ ਤਾਇਨਾਤ ਹੈ ਅਤੇ ਇੱਕ ਵਿਕਟਰ ਫੋਰਸ ਦਾ ਹਿੱਸਾ ਹੈ। 2
ਦਿੱਲੀ 'ਚ ਆਟੋ ਸਿੱਖ ਡਰਾਈਵਰ ਨਾਲ ਕੁੱਟਮਾਰ ਮਾਮਲੇ 'ਚ ਪੁਲਿਸ ਨੇ 2 ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ। ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ ਸਤਿਆ ਪ੍ਰਕਾਸ਼ ਤੇ ਇਹ ਕਾਰਵਾਈ ਕੀਤੀ ਗਈ। 16 ਜੂਨ ਨੂੰ ਆਟੋ ਡਰਾਈਵਰ ਸਰਬਜੀਤ ਸਿੰਘ ਤੇ ਪੁਲਿਸ ਵਿਚਾਲੇ ਹੱਥੋਂ-ਪਾਈ ਹੋਈ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਸਰਬਜੀਤ ਅਤੇ ਉਸ ਦੇ ਬੇਟੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਸਿਲਸਿਲੇ ਵਿੱਚ 2 FIR ਵੀ ਦਰਜ ਹੋਈਆਂ ਸੀ। ਇੱਕ ਬਹੁਤ ਵੱਡੀ ਜਿੱਤ ਹੋਈ ਆ, ਇੱਕ ਬਹੁਤ ਵੱਡਾ ਸੰਦੇਸ਼ ਵੀ ਆ ਪੂਰੀ ਦੇਸ਼ ਦੀ ਪੁਲਿਸ ਨੂੰ ਕਿ ਤੁਸੀਂ ਇਹਨਾਂ ਦੇ ਰਾਈਟਸ ਨੂੰ ਲਾਈਟਲੀ ਨਹੀਂ ਲੈ ਸਕਦੇ। ਜਦੋਂ ਇਸ ਵਾਕਿਆ ਹੁੰਦਾ ਹੈ, ਅਗਲੇ ਦਿਨ ਅਸੀਂ ਸਰਬਜੀਤ ਨੂੰ ਨਾਲ ਲੈ ਕੇ ਕਮਿਸ਼ਨਰ ਆਫ ਪੁਲਿਸ ਨੂੰ ਮਿਲਦੇ ਹਾਂ। ਕਮਿਸ਼ਨਰ ਆਫ ਪੁਲਿਸ ਦੀ ਵਰਡਿੰਗ ਉਦੋਂ ਸਰਬਜੀਤ ਦੇ ਸਾਹਮਣੇ ਇਹ ਸੀਗੀ ਕਿ ਮੈਂ ਇਹਨਾਂ ਸਭ ਨੂੰ ਡਿਸਮਿਸ ਕਰਾਂਗਾ। ਪਰ ਅਸੀਂ ਜਦੋਂ ਕਹਿ ਰਹੇ ਸੀਗੇ, ਮੈਂ 3 ਜੁਲਾਈ ਨੂੰ ਜਦੋਂ ਕੋਰਟ ਅੰਦਰ ਇਹ ਕੇਸ ਆਇਆ ਔਰ ਰਿਪੋਰਟ ਸਟੇਟਸ ਰਿਪੋਰਟ ਫਾਈਲ ਹੋਈ, ਬਹੁਤ ਸਾਰੇ ਲੋਕਾਂ ਨੇ ਕਿਹਾ ਇਹ ਜਿੱਤਿਆ ਸਸਪੈਂਡ ਹੋ ਗਏ। ਮੈਂ ਉਦੋਂ ਵੀ ਕਿਹਾ ਸੀ ਵੀਡੀਓ ਪਾ ਕੇ ਇਹ ਜਿੱਤ ਨਹੀਂ ਗਈ। ਜਿਹੜੀ ਜੁਆਇੰਟ CP ਦੀ ਇੱਕ ਇਨਕੁਆਇਰੀ ਚੱਲਦੀ ਪਈ ਆ, ਉਹਦੀ ਰਿਪੋਰਟ ਆਊਗੀ, ਡਿਸਮਿਸ ਹੋਣਗੇ। ਮੈਂ ਅੱਜ ਕਮਿਸ਼ਨਰ ਪੁਲਿਸ ਸਾਹਿਬ ਨੂੰ ਹੁਣੇ ਮਿਲ ਕੇ ਆਇਆ, ਮੈਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਕੇ ਆਇਆ। ਹੀ ਕੈਪਟ ਹਿਸ ਵਰਡਸ। ਜਿਹੜੀ ਉਹਨਾਂ ਨੇ ਕਮਿਟਮੈਂਟ ਸਾਡੇ ਨਾਲ ਕੀਤੀ ਸੀ ਉਹ 3 ਸੀਗੀਆਂ। ਪਹਿਲੀ ਇਹ ਸੀ ਕਿ ਮੈਂ ਸਰਬਜੀਤ ਤੇ 307 ਨਹੀਂ ਲੱਗਣ ਦਊਂਗਾ। ਦੂਜੀ ਕਮਿਟਮੈਂਟ ਉਹਨਾਂ ਦੀ ਸਾਡੇ ਨਾਲ ਇਹ ਸੀ ਕਿ ਮੈਂ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰੂੰਗਾ। ਤੀਜੀ ਕਮਿਟਮੈਂਟ ਇਹ ਸੀ ਕਿ ਮੈਂ ਜੁਆਇੰਟ CP ਤੋਂ ਇਹਦੀ ਇਨਕੁਆਇਰੀ ਕਰਾ ਕੇ ਇਹਨਾਂ ਨੂੰ ਡਿਸਮਿਸ ਕਰੂੰਗਾ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।